ਸਵਾਗਤ। ਗੱਲਾਂ ਤੇ ਗੀਤ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਉਹਨਾਂ ਦੇ ਆਪਣੇ ਇਸ ਪਸੰਦੀਦਾ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ। ਕਹਿੰਦੇ ਨੇ ਕਿ ਕਦੇ ਕਦੇ ਮੇਰਾ ਦਿਲ ਕਰਦਾ ਕਿ ਐਸਾ ਕੋਈ ਗੀਤ ਬਣਾਵਾਂ ਜਿਸ ਵਿੱਚ ਤੇਰਾ ਕੱਚਾ ਨਾ ਤੇ ਪੱਕਾ ਮੈਂ ਸਿਰਨਾਮਾ ਪਾਵਾਂ। ਗੱਲ ਹੈ ਕਿ ਜ਼ਿੰਦਗੀ ਜਿਹੜੀ ਹੈ ਉਹ ਸਾਡੀ ਗੀਤ ਸੰਗੀਤ ਦੇ ਨਾਲ ਜੁੜੀ ਹੋਈ ਹੈ। ਜ਼ਿੰਦਗੀ ਸਾਡੀ ਰੁਮਕਦੀਆਂ ਹੋਈਆਂ ਕਵਿਤਾਵਾਂ ਵਰਗੀ ਹੈ ਔਰ ਅੱਜ ਸਾਡੇ ਗੱਲਾਂ ਤੇ ਗੀਤ ਵਿੱਚ ਵੀ ਗੱਲਾਂ ਦੇ ਵਿੱਚ ਕਵਿਤਾ ਦਾ ਰੰਗ ਹੋਏਗਾ, ਕਿਉਂਕਿ ਇਹ ਕਵਿਤਾ ਦਾ ਰੰਗ ਭਰਨ ਦੇ ਵਾਸਤੇ ਸਾਡੇ ਪ੍ਰੋਗਰਾਮ ਗੱਲਾਂ ਤੇ ਗੀਤ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਫਰਮਾ ਨੇ ਸਰਬਜੀਤ ਕੌਰ ਜੱਸ ਜੀ, ਜਿਹੜੇ ਬਹੁਤ ਵਧੀਆ ਸ਼ਾਇਰਾਂ ਨੇ ਔਰ 4 ਕਿਤਾਬਾਂ ਕਾਵ ਸੰਗ੍ਰਹਿ ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਦੇ ਵਿੱਚ ਪਾਠਕਾਂ ਦੀ ਝੋਲੀ ਦੇ ਵਿੱਚ ਪਾਈਆਂ ਨੇ, ਜਿਨ੍ਹਾਂ ਦੇ ਵਿੱਚ ਬਲ ਦੀਆਂ ਛਾਵਾਂ, ਰਾਹਾਂ ਦੀ ਤਪਸ਼, ਸ਼ਬਦਾਂ ਦੀ ਨਾਟ ਮੰਡਲੀ ਤੇ ਤਾਮ ਉਹਨਾਂ ਦੀ ਹੁਣੇ ਆਈ ਹੋਈ ਕਿਤਾਬ ਆ। ਸਭ ਤੋਂ ਪਹਿਲਾਂ ਤੇ ਸਰਬਜੀਤ ਕੌਰ ਜੱਸ ਜੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸੀ ਸਵਾਗਤ ਕਰਦੇ ਹਾਂ। ਧੰਨਵਾਦ ਜੀ। ਔਰ ਜੇਕਰ ਅਸੀਂ ਗੱਲ ਕਰੀਏ ਸਾਹਿਤਕ ਸਫ਼ਰ ਦੀ, ਕਿਉਂਕਿ ਇਸ ਸਫ਼ਰ ਤੇ ਤੁਰਨਾ ਬਹੁਤ ਮੁਸ਼ਕਲ ਹੁੰਦਾ, ਔਖਾ ਹੁੰਦਾ, ਇਹ ਤੁਹਾਡਾ ਜਿਹੜਾ ਸਫ਼ਰ ਆ ਇਹ ਕਦੋਂ ਤੇ ਕਿਵੇਂ ਸ਼ੁਰੂ ਹੋਇਆ? ਇਹ ਇਸ ਤਰ੍ਹਾਂ ਕਿ ਬਚਪਨ ਤੋਂ ਹੀ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀ। ਅਕਸਰ ਮੇਰਾ ਸੁਭਾਅ ਇਸ ਤਰ੍ਹਾਂ ਦਾ ਸੀ ਕਿ ਮੈਂ ਚੁੱਪ ਕੀਤੀ ਜੀ ਰਹਿੰਦੀ ਹੁੰਦੀ ਸੀ ਤੇ ਮੇਰਾ ਜਿਹੜਾ ਆਪਣੇ ਸੁਭਾਅ ਦੇ ਹਿਸਾਬ ਦੇ ਨਾਲ ਜਿਹੜਾ ਮੇਰਾ ਧਿਆਨ ਸੀ, ਜ਼ਿਆਦਾਤਰ ਜਿਹੜੇ ਖਾਮੋਸ਼ ਅੱਖਰ ਬੈਠੇ ਹੁੰਦੇ ਸੀ ਕਿਤਾਬਾਂ ਦੇ ਉੱਤੇ, ਉਹਨਾਂ ਦੇ ਵੱਲ ਮੇਰਾ ਧਿਆਨ ਖਿੱਚਿਆ ਗਿਆ ਤੇ ਅਕਸਰ ਮੈਂ ਉਹਨਾਂ ਦੇ ਨਾਲ ਗੱਲਾਂ ਕਰਦੀ ਹੁੰਦੀ ਸੀ। ਤੇ ਅਸਲ ਦੇ ਵਿੱਚ ਮੈਨੂੰ ਐਂ ਲੱਗਦਾ ਹੁੰਦਾ ਕਿ ਜਦੋਂ ਮੈਂ ਬਚਪਨ ਦੇ ਵਿੱਚ ਸੀ ਤਾਂ ਮੇਰੇ ਜਿਹੜੇ ਦੋਸਤ ਸੀ ਉਦੋਂ ਵੀ ਉਹ ਅੱਖਰ ਹੀ ਸੀ, ਉਹ ਕਿਤਾਬਾਂ ਹੀ ਸੀ ਤੇ ਅੱਜ ਵੀ ਉਹੀ ਦੋਸਤ ਜਿਹੜੇ ਮੇਰੇ ਨਾਲ ਤੁਰ ਰਹੇ ਨੇ, ਮੇਰਾ ਸਾਥ ਦੇ ਰਹੇ ਨੇ। ਬਿਲਕੁਲ ਜੀ। ਔਰ ਇਹ ਕਿਤਾਬਾਂ ਦੀ ਦੋਸਤੀ ਜਿਹੜੀ ਆ ਉਹ ਸ਼ਖਸ ਨੂੰ ਬਹੁਤ ਚੰਗੀਆਂ ਰਾਹਾਂ ਤੇ ਲੈ ਕੇ ਜਾਂਦੀ ਹੈ ਔਰ ਸਰਬਜੀਤ ਕੌਰ ਜੱਸ ਦੀ ਕਿਤਾਬਾਂ ਦੇ ਨਾਲ ਦੋਸਤੀ ਜਿਹੜੀ ਉਹਨਾਂ ਨੂੰ ਸਾਹਿਤਕ ਪੈੜਾਂ ਤੇ ਲੈ ਕੇ ਆਈ ਔਰ ਉਹਨਾਂ ਦਾ ਉਹ ਸਫ਼ਰ ਉੱਥੋਂ ਸ਼ੁਰੂ ਹੁੰਦਾ ਹੈ। ਔਰ ਜੇਕਰ ਸ਼ੁਰੂਆਤੀ ਦੌਰ ਦੀ ਗੱਲ ਕਰੀਏ ਆਪਾਂ, ਕਿਉਂਕਿ ਸ਼ੁਰੂ ਦੇ ਵਿੱਚ ਜਦੋਂ ਕਿਸੇ ਨੂੰ ਊੜਾ ਐੜਾ ਵੀ ਸਿਖਾਲਣਾ ਹੋਵੇ ਨਾ ਤੇ ਬੱਚਾ ਕਈ ਤਰ੍ਹਾਂ ਦੇ ਅੱਖਰ ਵਾਹੁੰਦਾ ਹੈ। ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਕੀ ਲਿਖਦੇ ਸੀ? ਸ਼ੁਰੂਆਤੀ ਤੌਰ ਦੇ ਵਿੱਚ ਜਦੋਂ ਮੈਂ ਕਿਤਾਬਾਂ ਪੜ੍ਹਦੀ ਸੀ ਮੈਨੂੰ ਚੰਗਾ ਲੱਗਦਾ ਸੀ, ਪਰ ਉਸ ਵਕਤ ਮੈਂ ਕੋਈ ਇਸ ਤਰ੍ਹਾਂ ਦਾ ਨਹੀਂ ਸੀ, ਮਨ ਦੇ ਵਿੱਚ ਕੋਈ ਤਮੰਨਾ ਨਹੀਂ ਸੀ ਪਾਲੀ ਕਿ ਮੈਂ ਵੀ ਕਦੇ ਇਸ ਤਰ੍ਹਾਂ ਲਿਖਾਂ ਜਾਂ ਜੋ ਵੀ ਲਿਖਿਆ ਗਿਆ ਮੈਂ ਬਸ ਉਸ ਤੋਂ ਇੱਕ ਸੇਧ ਲੈਂਦੀ ਹੁੰਦੀ ਸੀ, ਮੈਨੂੰ ਚੰਗਾ ਲੱਗਦਾ ਹੁੰਦਾ ਸੀ ਪੜ੍ਹ ਕੇ। ਤੇ ਫਿਰ ਹੌਲੀ ਮੈਨੂੰ ਇੱਕ ਦਿਨ ਕੀ ਬੈਠਿਆਂ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਅੰਦਰੋਂ ਕੁਝ ਮੈਨੂੰ ਔੜ ਰਿਹਾ, ਕੁਝ ਮੈਂ ਲਿਖਾਂ, ਮੈਂ ਵੀ ਇਸ ਤਰ੍ਹਾਂ ਦਾ ਲਿਖ ਸਕਦੀ ਹਾਂ। ਤੇ ਮੈਂ ਇੱਕ ਛੋਟੀ ਜੀ, ਉਦੋਂ ਮੇਰੀ ਉਮਰ ਵੀ ਕਾਫੀ ਛੋਟੀ ਸੀ, ਇੱਕ ਕਵਿਤਾ ਲਿਖੀ। ਅੱਛਾ। 17 ਸਾਲ ਦੀ ਉਮਰ ਦੇ ਵਿੱਚ ਮੈਂ ਉਹ ਕਵਿਤਾ ਲਿਖੀ ਤੇ ਉਸ ਕਵਿਤਾ ਦੇ ਵਿੱਚ ਜੋ ਸੀ ਸੱਭਿਆਚਾਰ ਬਾਰੇ ਕਵਿਤਾ ਸੀ। ਤੇ ਉਸ ਤੋਂ ਉਹ ਵਾਲੀ ਕਵਿਤਾ ਮੇਰੀ, ਜਦੋਂ ਤੁਸੀਂ ਹੈਰਾਨ ਹੋਗੇ ਕਿ 22 ਸਾਲ ਦੀ ਉਮਰ ਦੇ ਵਿੱਚ ਉਹ ਮੇਰੀ ਕਵਿਤਾ ਛਪੀ ਤੇ ਉਸ ਕਵਿਤਾ ਨੂੰ ਕਾਫੀ ਵੱਡਾ ਹੁੰਗਾਰਾ ਮਿਲਿਆ। ਜੀ ਹੈ ਦਿਮਾਗ ਦੇ ਵਿੱਚ ਇਸ ਵੇਲੇ ਜ਼ਿਹਨ ਦੇ ਵਿੱਚ ਉਸ ਕਵਿਤਾ ਦੀਆਂ 4 ਸਤਰਾਂ? ਹਾਂਜੀ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ ਜੀ। ਉਹ ਸੀ ਕਿ ਸਹਿਕ ਰਿਹਾ ਸੱਭਿਆਚਾਰ, ਸਹਿਕ ਰਿਹਾ ਹੈ ਸੱਭਿਆਚਾਰ, ਸਹਿਕ ਰਿਹਾ ਹੈ ਸੱਭਿਆਚਾਰ ਆਧੁਨਿਕਤਾ ਤੇ ਪੱਛਮਵਾਦ ਦੇ ਭਾਰ ਹੇਠਾਂ। ਉਹ ਵੀ ਤਾਂ ਦਿਨ ਸੀ, ਉਹ ਵੀ ਤਾਂ ਦਿਨ ਸੀ ਜਦੋਂ ਲਾਗਲੇ 8-10 ਪਿੰਡਾਂ ਦੇ ਮੁੰਡੇ ਵੀ ਵੀਰ ਹੁੰਦੇ ਸੀ। ਤੇ ਅੱਜ ਅਸੀਂ ਕੰਧਾਂ ਉੱਤੇ ਕੈਮਰੇ ਰੱਖ ਕੇ ਗੁਆਂਢਣ ਦੀ ਤਸਵੀਰ ਖਿੱਚਣੋਂ ਵੀ ਗੁਰੇਜ਼ ਨਹੀਂ ਕਰਦੇ। ਬਹੁਤ ਅੱਛਾ, ਬਹੁਤ ਅੱਛਾ। ਭੁੱਲ ਜਾਂਦੇ ਹਾਂ ਕਿ ਆਂਢ ਗੁਆਂਢ ਵਿੱਚ ਆਪਣੇ ਹੀ ਚਾਚੇ ਤਾਇਆਂ ਦੇ ਘਰ ਹੁੰਦੇ ਨੇ। ਬਹੁਤ ਖੂਬ ਜੀ, ਬਹੁਤ ਖੂਬ। ਔਰ ਦੇਖੋ ਤੁਸੀਂ 17 ਸਾਲ ਦੀ ਉਮਰ ਦੇ ਵਿੱਚ ਇੱਕ ਵੱਡੀ ਸੋਚ ਲੈ ਕੇ ਇਸ ਸਾਹਿਤਕ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਔਰ ਤੁਸੀਂ ਕਹਿੰਦੇ ਸੀ ਕਿ ਕਿਤਾਬਾਂ ਸਿਰਫ ਪੜ੍ਹਨ ਦਾ ਸ਼ੌਂਕ ਸੀ, ਲਿਖਣ ਦਾ ਸ਼ੌਂਕ ਨਹੀਂ ਸੀਗਾ, ਪਰ ਫਿਰ ਕੁਦਰਤ ਨੇ ਤੁਹਾਨੂੰ ਇਸ ਪਾਸੇ ਲਾਇਆ। ਕਿਸ ਤੋਂ ਪ੍ਰਭਾਵਿਤ ਹੋਏ ਹੋ? ਕਿ ਕੌਣ ਸ਼ਖਸ ਸੀ ਉਹ ਜਿਹਨੇ ਸਰਬਜੀਤ ਜੱਸ ਦੇ ਉਸ ਅਲੜ ਉਮਰੇ ਮਨ ਤੇ ਪ੍ਰਭਾਵ ਪਾਇਆ ਕਿ ਉਹ ਲਿਖਣ ਲੱਗ ਪਈ? ਅਸਲ ਦੇ ਵਿੱਚ ਇਸ ਤਰ੍ਹਾਂ ਹੋਇਆ ਕਿ ਮੇਰੇ ਦਾਦਾ ਜੀ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਸੀ ਜਿਨ੍ਹਾਂ ਨੂੰ 3-4 ਭਾਸ਼ਾਵਾਂ ਦਾ ਗਿਆਨ ਸੀ, ਜਿਨ੍ਹਾਂ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਂਕ ਸੀ। ਅੱਛਾ। ਉਹ ਜਦੋਂ ਪਿੱਛੋਂ ਸਾਡਾ ਪਿਛੋਕੜ ਜੋ ਲਾਹੌਰ ਦੇ ਵਿੱਚੋਂ ਇੱਧਰ ਆਏ ਤੇ ਕਹਿੰਦੇ ਕਿ ਉਸ ਵਕਤ ਜਦੋਂ ਲੋਕ ਆਪਣਾ ਘਰ-ਬਾਰ ਸਾਰਾ ਕੁਝ ਛੱਡ ਕੇ ਆਏ ਤਾਂ ਉਹ ਆਪਣੇ ਨਾਲ ਕੁਝ ਕਿੱਸੇ ਲੈ ਕੇ ਆਏ ਸੀ। ਉਸ ਕਿੱਸੇ ਵਾਰਿਸ ਸ਼ਾਹ ਦੇ ਕਿੱਸੇ ਸੀ, ਬੁੱਲੇ ਸ਼ਾਹ ਦੀਆਂ ਕਾਫੀਆਂ ਸੀ। ਤੇ ਉਹ ਮੈਨੂੰ ਜੋ ਬਿਸਕੁਟੀ ਰੰਗ ਦੇ ਕਾਗਜ਼ ਹੈ ਉਹ ਅੱਜ ਵੀ ਮੇਰੇ ਜ਼ਿਹਨ ਦੇ ਵਿੱਚ, ਮੇਰੇ ਅੰਦਰ ਕਿਤੇ ਬੈਠੇ ਹੋਏ ਨੇ। ਉਹ ਮੈਂ ਪੜ੍ਹਦੀ ਰਹੀ। ਉਸ ਵਕਤ ਉਸ ਤੋਂ ਬਾਅਦ ਦੇ ਵਿੱਚ ਜੋ ਕਿਤਾਬਾਂ ਘਰ ਦੇ ਵਿੱਚ ਆਉਣੀਆਂ, ਜੋ ਮੇਰੇ ਵੱਡੇ ਭਰਾ ਦੀ ਬਦੌਲਤ ਘਰ ਦੇ ਵਿੱਚ ਕਿਤਾਬਾਂ ਆਉਣੀਆਂ, ਉਹ ਮੈਂ ਕਿਤਾਬਾਂ ਪੜ੍ਹਨੀਆਂ ਤੇ ਉਹ ਕਿਤਾਬਾਂ ਪੜ੍ਹਦਿਆਂ ਇਸ ਤਰ੍ਹਾਂ ਅੱਗੇ ਦੀ ਅੱਗੇ ਉਹਨਾਂ ਕਿਤਾਬਾਂ ਨੇ ਮੈਨੂੰ ਜੋ ਕੁਝ ਸਿਖਾਇਆ, ਕੁਝ ਵੱਡਿਆਂ ਦਾ ਸਤਿਕਾਰ, ਵੱਡਿਆਂ ਦਾ ਹੱਥ
ਤੇ ਮੈਂ ਇਸ ਸਫ਼ਰ ਦੇ ਉੱਤੇ ਅੱਗੇ ਵਧਦੀ ਗਈ। ਅੱਛਾ, ਕਿਸੇ ਨੂੰ ਆਪਣੀ ਉਂਗਲ ਵੀ ਫੜਾਈ ਇਸ ਸਾਹਿਤਕ ਸਫ਼ਰ ਦੇ ਵਿੱਚ? ਕਹਿੰਦੇ ਨਾ ਕਿ ਗੁਰੂ ਬਿਨਾਂ ਗਤ ਨਹੀਂ ਤੇ ਛਾਹ ਬਿਨਾਂ ਪਤ ਨਹੀਂ। ਫੜਾਈ ਕਿਸੇ ਨੂੰ ਉਂਗਲ, ਕੋਈ ਗੁਰੂ ਧਾਰਨਾ ਵੀ ਕੀਤੀ? ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਮੇਰੀਆਂ ਕਿਤਾਬਾਂ ਹੀ ਮੇਰੀਆਂ ਗੁਰੂ ਨੇ, ਮੇਰੇ ਪੁਰਖੇ ਮੇਰੇ ਗੁਰੂ ਨੇ, ਜਿਹੜੇ ਮੇਰੇ ਨਾਲ ਹੈ, ਅੱਜ ਵੀ ਮੇਰੇ ਨਾਲ ਹੈ ਮੇਰੇ ਪੁਰਖੇ। ਤੇ ਜੋ ਵੀ ਮੈਂ ਲਿਖਦੀ ਹਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਕਿ ਮੇਰੇ ਜੋ ਵਡੇਰੇ ਨੇ ਉਹ ਬੈਠੇ ਦੇਖ ਰਹੇ ਨੇ ਕਿ ਤੁਸੀਂ ਕੀ ਲਿਖ ਰਹੇ ਹੋ। ਵਾਹ। ਤੇ ਜਿਨ੍ਹਾਂ ਨੇ ਆਪਣੀ ਦੋਸਤੀ ਕਿਤਾਬਾਂ ਦੇ ਸੰਗ ਗੰਢੀ ਹੋਵੇ ਉਹ ਕਦੇ ਵੀ ਗਲਤ ਰਾਹ ਤੇ ਪੈ ਨਹੀਂ ਸਕਦੇ। ਔਰ ਇਸੇ ਤਰ੍ਹਾਂ ਸਰਬਜੀਤ ਕੌਰ ਜੱਸ ਨੇ ਆਪਣੀ ਕਲਮ ਦੇ ਨਾਲ ਸਫ਼ਰ ਸ਼ੁਰੂ ਕੀਤਾ, ਸਾਹਿਤਕ ਸਫ਼ਰ, ਔਰ ਅੱਜ ਕਾਫੀ ਮਕਬੂਲੀਅਤ ਖੱਟ ਰਹੇ ਨੇ, ਪੰਜਾਬੀਆਂ ਦਾ ਪਿਆਰ ਲੈ ਰਹੇ ਨੇ। ਔਰ ਇਸ ਵੇਲੇ ਗੱਲਾਂ ਤੇ ਗੀਤ ਵਿੱਚ ਸਾਡੇ ਨਾਲ ਕਿਉਂ ਨਾ ਆਪਾਂ ਗੱਲਾਂ ਨੂੰ ਥੋੜਾ ਜਿਹਾ ਸਾਹਿਤਕ ਰੰਗ ਦੇ ਲਈਏ। ਕੋਈ ਤੁਹਾਡੀ ਇੱਕ ਅੱਧੀ ਕੋਈ ਨਜ਼ਮ ਹੋ ਜਾਵੇ ਇਸ ਵੇਲੇ? ਹਾਂਜੀ, ਜ਼ਰੂਰ ਜੀ, ਜ਼ਰੂਰ। ਕੀ ਸੁਣਾਉਣਾ ਚਾਹੋਗੇ? ਮੇਰੀ ਇੱਕ ਨਜ਼ਮ ਹੈ, ਮੈਂ ਉਹ ਨਹੀਂ ਹਾਂ। ਵਾਹ। ਮੈਂ ਉਹ ਨਹੀਂ ਹਾਂ ਜੋ ਪਰਚ ਜਾਵਾਂਗੀ ਗਹਿਣਿਆਂ ਗੱਟਿਆਂ ਨਾਲ, ਸੱਤ ਰੰਗੇ ਦੁਪੱਟਿਆਂ ਨਾਲ। ਆਹਾ, ਬਹੁਤ ਅੱਛਾ। ਮੈਂ ਉਹ ਨਹੀਂ ਹਾਂ ਜੋ ਪਰਚ ਜਾਵਾਂਗੀ ਗਹਿਣਿਆਂ ਗੱਟਿਆਂ ਨਾਲ, ਸੱਤ ਰੰਗੇ ਦੁਪੱਟਿਆਂ ਨਾਲ। ਸਾਂਭ ਕੇ ਰੱਖਵਾਂ, ਸਾਂਭ ਕੇ ਰੱਖਵਾਂ ਦਾਦੀ ਦੀ ਦਿੱਤੀ ਸੰਦੂਕੜੀ ਚ ਹਰੇ ਗੁਲਾਬੀ ਤੇ ਨੀਲੇ ਰੰਗ। ਮੈਂ ਆਪਣੀ ਹੀ ਰੱਤ ਸੰਗ ਰੂਹ ਰੰਗਣੀ ਹੈ। ਬਹੁਤ ਅੱਛਾ, ਬਹੁਤ ਖੂਬ, ਸ਼ੁਕਰੀਆ ਜੀ। ਨਾ ਪੜਾ ਮੈਨੂੰ ਰਵਾਇਤਾਂ ਦਾ ਘਸਿਆ ਪਿਟਿਆ ਕਾਇਦਾ, ਨਾ ਪੜਾ ਮੈਨੂੰ ਰਵਾਇਤਾਂ ਦਾ ਘਸਿਆ ਪਿਟਿਆ ਕਾਇਦਾ। ਝੂਠ ਕਹਿੰਦਾ ਹੈ ਇਹ ਕਿ ਧੱਦਾ ਧੱਕਾ ਹੁੰਦੀਆਂ ਨੇ ਕੁੜੀਆਂ, ਨਹੀਂ ਮਾਂ, ਨਹੀਂ ਮਾਂ। ਉਹ ਕਹਿੰਦੇ ਨੇ ਕਿ ਧੱਦਾ ਧੱਕਾ ਹੁੰਦੀਆਂ ਨੇ ਕੁੜੀਆਂ, ਜਿਨ੍ਹਾਂ ਦੇ ਵੱਜਦਿਆਂ ਮੂਧੇ ਮੂੰਹ ਡਿੱਗ ਜਾਂਦੀਆਂ, ਖਾਨਦਾਨ ਦੀਆਂ ਸਰਦਾਰੀਆਂ ਤੇ ਸ਼ਮਲੇ ਵਾਲੀਆਂ ਪੱਗਾਂ। ਨਹੀਂ ਮਾਂ, ਧੱਦਾ ਧੱਕਾ ਨਹੀਂ, ਧੱਦਾ ਧਰੂ ਤਾਰਾ ਹੁੰਦੀਆਂ ਨੇ ਕੁੜੀਆਂ, ਧੱਦਾ ਧਰਤੀ ਦਾ ਸੁਹੱਪਣ ਹੁੰਦੀਆਂ ਨੇ ਕੁੜੀਆਂ, ਤੇ ਧੱਦਾ ਧਰੇਕਾਂ ਵੀ ਹੁੰਦੀਆਂ ਨੇ ਕੁੜੀਆਂ। ਬਹੁਤ ਅੱਛਾ, ਬਹੁਤ ਅੱਛਾ। ਤੇ ਧੱਦਾ ਧਰੇਕਾਂ ਵੀ ਹੁੰਦੀਆਂ ਨੇ ਕੁੜੀਆਂ, ਜਿਨ੍ਹਾਂ ਸਿਰ ਹੁੰਦੀ ਹੈ ਵਕਤ ਦੀ ਧਵਾਂਖੀ ਹਵਾ ਨੂੰ ਧੋਣ ਦੀ ਜ਼ਿੰਮੇਵਾਰੀ। ਤੂੰ ਮੈਨੂੰ ਧੋ ਲੈਣ ਦੇ, ਤੂੰ ਮੈਨੂੰ ਧੋ ਲੈਣ ਦੇ ਕੋਝੇ ਵਰਤਾਰਿਆਂ ਵੱਲੋਂ, ਨੂਰੋਂ ਬੇਨੂਰ ਕੀਤੇ ਸੂਰਜੇ ਦਾ ਮੁਖ। ਤੇ ਉਹ ਜੋ ਕਹਿ ਰਹੇ ਨੇ, ਤੇ ਉਹ ਜੋ ਕਹਿ ਰਹੇ ਨੇ ਸੜਕਾਂ ਤੇ ਅੱਗ ਤੁਰੀ ਆਉਂਦੀ ਹੈ। ਦਸੀਏ ਉਹਨਾਂ ਗਿਆਨ ਵਿਹੂਣੇ ਲੋਕਾਂ ਨੂੰ ਕਿ ਬਹੁਤ ਗਹਿਰਾ ਰਿਸ਼ਤਾ ਹੁੰਦਾ ਔਰਤਾਂ ਦਾ ਘਰਾਂ ਦੇ ਚੁੱਲ੍ਹਿਆਂ ਨਾਲ। ਬਹੁਤ ਅੱਛਾ, ਬਹੁਤ ਅੱਛਾ। ਕਿ ਬੜਾ ਗਹਿਰਾ ਰਿਸ਼ਤਾ ਹੁੰਦਾ ਅੱਗ ਤੇ ਔਰਤਾਂ ਦਾ ਘਰਾਂ ਦੇ ਚੁੱਲ੍ਹਿਆਂ ਨਾਲ। ਅੱਗ ਰੋਸ਼ਨੀ ਹੁੰਦੀ ਹੈ ਜੀ, ਅੱਗ ਰੋਸ਼ਨੀ ਹੁੰਦੀ ਹੈ, ਅੱਗ ਹਵਸ ਨਹੀਂ ਹੁੰਦੀ, ਤੇ ਨਾ ਹੀ ਹੁੰਦੀ ਹੈ ਤੇਜ਼ਾਬ। ਬੜੇ ਹਲਕੇ ਨੇ ਸ਼ਬਦਾਂ ਦੇ ਜਾਦੂਗਰ, ਵਿਕ ਜਾਂਦੇ ਨੇ ਚਾਰ ਕੁ ਦਮੜਿਆਂ ਦੇ ਵੱਟਿਆਂ ਨਾਲ। ਮੈਂ ਉਹ ਨਹੀਂ ਹਾਂ ਜੋ ਪਰਚ ਜਾਵਾਂਗੀ ਗਹਿਣਿਆਂ ਗੱਟਿਆਂ ਨਾਲ, ਸੱਤ ਰੰਗੇ ਦੁਪੱਟਿਆਂ ਨਾਲ। ਦੇਖ ਮਾਂ, ਦੇਖ ਮਾਂ ਕਿੰਨੀ ਗਹਿਰ ਚੜੀ ਸੀ ਅਸਮਾਨ ਤੇ। ਦੇਖ ਮਾਂ ਕਿੰਨੀ ਗਹਿਰ ਚੜੀ ਸੀ ਅਸਮਾਨ ਤੇ, ਜਦੋਂ ਚਾਚੇ ਨੇ ਜੁੱਧ ਲੜਿਆ ਸੀ ਖੇਤਾਂ ਦੇ ਐਨ ਵਿਚਕਾਰ ਕਰਜ਼ੇ ਨਾਲ। ਪਹਿਲਾਂ ਕਰਜ਼ਾ ਉਹਦੇ ਸਿਰ ਚੜਿਆ, ਪਹਿਲਾਂ ਕਰਜ਼ਾ ਉਹਦੇ ਸਿਰ ਚੜਿਆ, ਤੇ ਫਿਰ ਉਹ ਕਰਜ਼ੇ ਸਿਰ ਚੜ ਕੇ ਮਰ ਗਿਆ। ਤੇ ਉਹਦਾ ਕੱਲਾ ਕਾਰਾ ਪੁੱਤ ਨਸ਼ਿਆਂ ਦੀਆਂ ਸਰਿੰਜਾਂ ਚ ਵੜ ਗਿਆ। 10 ਕਿੰਜ ਪਰਚਾਵਾਂ ਚਿੱਤ, 10 ਕਿੰਜ ਪਰਚਾਵਾਂ ਚਿੱਤ, ਗੋਟੇ ਲੱਗੇ ਸੂਟਾਂ ਤੇ ਸੁਨਹਿਰੀ ਬੂਟਾਂ ਨਾਲ। ਇਹ ਕੂੜ ਦਾ ਨੇਰਾ ਹੈ ਮਾਂ, ਭੱਜ ਜਾਵੇਗਾ ਜਗਦੇ ਤੇ ਦਗਦੇ ਸ਼ਬਦਾਂ ਦੇ ਚਾਰ ਕੁ ਛੱਟਿਆਂ ਨਾਲ। ਮੈਂ ਉਹ ਨਹੀਂ ਹਾਂ ਜੋ ਪਰਚ ਜਾਵਾਂਗੀ ਗਹਿਣਿਆਂ ਗੱਟਿਆਂ ਨਾਲ, ਸੱਤ ਰੰਗੇ ਦੁਪੱਟਿਆਂ ਨਾਲ। ਬਿਲਕੁਲ ਜੀ। ਔਰ ਇਹ ਦੁਨਿਆਵੀ ਖੂਬਸੂਰਤੀ ਤੋਂ ਪਰੇ ਹਟ ਕੇ ਲਫ਼ਜ਼ਾਂ ਦੀ ਜਿਹੜੀ ਫੁਲਕਾਰੀ ਤੁਸੀਂ ਤਾਣੀ ਹੈ, ਔਰ ਉਸ ਫੁਲਕਾਰੀ ਦੇ ਹੇਠਾਂ ਜੋ ਤੁਹਾਡੀ ਸਿਨਫ ਦੀ ਖੂਬਸੂਰਤੀ ਹੈ ਉਹ ਅੱਜ ਅਸੀਂ ਮਾਣ ਰਹੇ ਹਾਂ। ਪਰ ਕਈ ਵਾਰ ਜਸ ਜੀ ਇਦਾਂ ਨਹੀਂ ਹੁੰਦਾ ਕਿ ਬੰਦਾ ਸੋਚਦਾ ਕੁਝ ਹੋਰ ਹੁੰਦਾ, ਹੁੰਦਾ ਕੁਝ ਹੋ ਰਿਹਾ ਹੈ ਨਾ? ਤੁਸੀਂ ਵੀ ਕਦੇ ਇਦਾਂ ਕਦੇ ਸੋਚਿਆ ਕੁਝ ਹੋਰ ਸੀ, ਹੋਇਆ ਕੁਝ ਹੋ ਰਿਹਾ? ਤੁਹਾਡੇ ਨਾਲ ਵੀ ਵਾਪਰਿਆ ਕਦੇ ਇਦਾਂ? ਮੇਰੇ ਨਾਲ ਇਸ ਤਰ੍ਹਾਂ ਵਾਪਰਿਆ ਜਿਵੇਂ ਮੈਂ ਹੁਣ ਇੱਥੇ ਬੈਠੀ ਹਾਂ, ਮੈਂ ਕਦੇ ਨਹੀਂ ਸੀ ਸੋਚਿਆ। ਇਸੇ ਤਰ੍ਹਾਂ ਹੀ ਕਿ ਜਦੋਂ ਤੁਸੀਂ ਮੈਂ ਸ਼ਬਦਾਂ ਦੇ ਲੜ ਲੱਗੀ, ਮੇਰੀ ਪਹਿਲੀ ਕਿਤਾਬ ਛਪੀ, ਤਾਂ ਮੈਨੂੰ ਉਸ ਵਕਤ ਇੰਨੀ ਖੁਸ਼ੀ ਹੋਈ। ਉਹ ਦਿਨ ਮੇਰੇ ਲਈ ਬੜਾ ਕੀਮਤੀ ਹੈ। ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਕਦੇ ਮੈਂ ਵੀ ਇਸ ਤਰ੍ਹਾਂ ਕਿਤਾਬ ਛਪਵਾਵਾਂਗੀ। ਉਹ ਮੇਰੀ ਪਹਿਲੀ ਕਿਤਾਬ ਸੀ ਬਲਦੀਆਂ ਛਾਵਾਂ, ਜਿਹੜੀ ਛਪੀ। ਤੇ ਉਸ ਤੋਂ ਪਹਿਲਾਂ ਜੋ ਮੇਰੀ ਡਾਇਰੀ ਸੀ, ਜਦੋਂ ਮੇਰੀ ਡਾਇਰੀ ਇੱਕ ਕਿਤਾਬ ਦੀ ਜੂਨੇ ਪਈ, ਤਾਂ ਮੈਂ ਇਹੀ ਆਖੂੰਗੀ
ਕਿ ਮੈਂ ਸੋਚਿਆ ਕੁਝ ਹੋਰ ਸੀ ਤੇ ਹੋ ਕੁਝ ਹੋਰ ਗਿਆ। ਚਲੋ ਇਹ ਤੇ ਬਹੁਤ ਅੱਛਾ ਔਰ ਚਾਹ ਵਾਲਾ ਮਾਹੌਲ ਹੁੰਦਾ ਉਦੋਂ ਜਦੋਂ ਕਿਸੇ ਸ਼ਾਇਰ ਦੀ ਜਾਂ ਸ਼ਾਇਰਾ ਦੀ ਕੋਈ ਕਿਤਾਬ ਛਪਦੀ ਹੈ, ਲੋਕ ਫਿਰ ਉਸ ਨੂੰ ਵਡਿਆਉਂਦੇ ਨੇ, ਵਧਾਈਆਂ ਦਿੰਦੇ ਨੇ। ਆਂਢ ਗੁਆਂਢ ਦੇ ਲੋਕਾਂ ਦਾ ਵੀ ਜਿਹੜਾ ਕਿ ਵਤੀਰਾ ਆ ਉਹ ਫਿਰ ਬਦਲ ਜਾਂਦਾ ਹੈ, ਅੱਖ ਉਹੀ ਹੁੰਦੀ ਹੈ, ਨਜ਼ਰੀਆ ਬਦਲ ਜਾਂਦਾ ਹੈ। ਹੋਇਆ ਤੁਹਾਡੇ ਨਾਲ ਵੀ ਇਦਾਂ? ਹਾਂਜੀ ਬਿਲਕੁਲ ਜੀ। ਜੀ ਜੋ ਪਹਿਲਾਂ ਸੀ, ਜਿਵੇਂ ਪਹਿਲਾਂ ਹੁੰਦਾ ਕਿ ਘਰ ਦੇ ਵਿੱਚ ਰਹਿੰਦੇ ਹੁੰਦੇ ਆ ਤੇ ਆਂਢ ਗੁਆਂਢ ਦੇ ਲਈ ਹੁੰਦਾ ਹੈ ਕਿ ਇਹ ਫਲਾਣਿਆਂ ਦੀ ਨੂੰਹ ਹੈ। ਫਿਰ ਇੱਕ ਵਕਤ ਆਉਂਦਾ ਉਹ ਤੁਹਾਨੂੰ ਅਖਬਾਰਾਂ ਦੇ ਵਿੱਚ ਪੜ੍ਹਦੇ ਆ, ਤੁਹਾਡੀ ਕੋਈ ਮੁਲਾਕਾਤ ਪੜ੍ਹਦੇ ਆ ਜਾਂ ਤੁਹਾਨੂੰ ਟੈਲੀਵਿਜ਼ਨ ਦੇ ਉੱਤੇ ਸੁਣਦੇ ਆ, ਜਿੱਦਾਂ ਅੱਜ ਦੇਖ ਰਹੇ ਆ। ਹਾਂਜੀ ਬਿਲਕੁਲ। ਤੇ ਉਹ ਉਸ ਵਕਤ ਉਹਨਾਂ ਦਾ ਨਜ਼ਰੀਆ ਬਦਲ ਜਾਂਦਾ ਹੈ। ਉਹ ਕਹਿੰਦੇ ਨੇ ਕਿ ਨਹੀਂ, ਇਹ ਸਰਬਜੀਤ ਕੌਰ ਜੱਸ ਹੈ। ਹਾਂਜੀ, ਔਰ ਇਹ ਸਾਡੀ ਸਾਰਿਆਂ ਦੀ ਸਾਂਝੀ ਹੈ। ਔਰ ਇਹ ਪੰਜਾਬੀ ਮਾਂ ਬੋਲੀ ਦੇ ਲਈ, ਉਹਦੀਆਂ ਮੀਡੀਆਂ ਸਵਾਰਨ ਦੇ ਲਈ, ਉਹਦਾ ਰੂਪ ਸਵਾਰਨ ਦੇ ਲਈ ਆਪਣੇ ਸੋਹਣੇ ਸੋਹਣੇ ਲਫ਼ਜ਼ ਸਾਡੇ ਕੋਲ ਲੈ ਕੇ ਆਉਂਦੀ ਹੈ। ਉਹ ਜਿਹੜਾ ਕਵਿਤਾ ਸਿਰਜਣਾ ਹੈ ਔਰ ਪਰਿਵਾਰਕ ਮਾਹੌਲ ਜਿਹੜਾ ਹੈ, ਇਹ ਦੋਨਾਂ ਦਾ ਆਪਸੀ ਤਾਲਮੇਲ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਜੇਕਰ ਪਰਿਵਾਰਕ ਮਾਹੌਲ ਨਾ ਮਿਲੇ ਤਾਂ ਫਿਰ ਕਵਿਤਾਵਾਂ ਨੇ ਕਈ ਵਾਰ ਹੋਂ ਕੇ ਸਿਸਕੀਆਂ ਲਿਖੀਆਂ ਜਾਂਦੀਆਂ ਨੇ। ਤੁਹਾਨੂੰ ਪਰਿਵਾਰਕ ਮਾਹੌਲ ਕਿਹੋ ਜਿਹਾ ਮਿਲਿਆ? ਮੈਨੂੰ ਪਰਿਵਾਰਕ ਮਾਹੌਲ ਬਹੁਤ ਵਧੀਆ ਮਿਲਿਆ। ਸਭ ਤੋਂ ਪਹਿਲਾਂ ਤਾਂ ਇਹ ਕਿ ਮੈਂ ਇਹ ਸਮਝਦੀ ਹਾਂ ਕਿ ਇੱਕ ਵਕਤ ਹੁੰਦਾ ਸੀ ਜਦੋਂ ਜੋਗੀ ਜੀ ਲੋਕ ਨਾ ਕਵਿਤਾਵਾਂ ਲਿਖਦੇ ਹੁੰਦੇ ਸੀ, ਜ਼ਿਆਦਾਤਰ ਕਵਿਤਰੀਆਂ, ਉਹਨਾਂ ਦੇ ਵਿੱਚ ਹੋ ਕੇ ਸੁਣਦੇ ਸੀ, ਉਹਨਾਂ ਦੇ ਵਿੱਚ ਸਿਸਕੀਆਂ ਹੁੰਦੀਆਂ ਸੀ ਕਿਉਂਕਿ ਮਰਿਆਦਾ ਤੇ ਸੰਸਕਾਰਾਂ ਦੇ ਵਿੱਚ ਔਰਤ ਦੱਬੀ ਹੋਈ ਸੀ ਤੇ ਜੋ ਉਹਦੀਆਂ ਚੀਖਾਂ ਹੁੰਦੀਆਂ ਸੀ ਉਹੀ ਕਵਿਤਾ ਹੁੰਦੀ ਸੀ। ਪਰ ਅੱਜ ਜੋ ਮੈਂ ਸਮਝਦੀ ਹਾਂ ਕਿ ਜੋ ਕਵਿਤਾ ਹੈ ਉਸ ਤਰ੍ਹਾਂ ਨਹੀਂ ਲਿਖੀ ਜਾਂਦੀ। ਅੱਜ ਅਸੀਂ ਸਮਝਦੇ ਹਾਂ, ਜਿਹੜੇ ਹੁਣ ਅਸੀਂ ਲਿਖ ਰਹੀ ਹਾਂ, ਮੈਂ ਜਿਸ ਤਰ੍ਹਾਂ ਮੈਂ ਸਾਰੇ ਚੀਜ਼ ਨੂੰ ਨਿਕਾਰ ਕੇ, ਸੁਚੇਤ ਤੌਰ ਤੇ ਨਿਕਾਰ ਕੇ ਮੈਂ ਅੱਗੇ ਵਧੀ ਕਿ ਮੈਂ ਜੋ ਲਿਖਣਾ ਹੈ ਉਹ ਇੱਕ ਇਨਸਾਨ ਦੇ ਤੌਰ ਦੇ ਉੱਤੇ ਲਿਖਣਾ, ਇੱਕ ਔਰਤ ਦੇ ਤੌਰ ਦੇ ਉੱਤੇ ਨਹੀਂ ਲਿਖਣਾ। ਕਿਉਂਕਿ ਅੱਜ ਔਰਤ ਉਹ ਨਹੀਂ ਹੈ ਜੋ ਪਹਿਲਾਂ ਸੀ। ਅੱਜ ਅਸੀਂ ਆਜ਼ਾਦ ਹਾਂ। ਬਿਲਕੁਲ, ਅੱਜ ਅਸੀਂ ਆਜ਼ਾਦ ਹਾਂ। ਅੱਜ ਅਸੀਂ ਮਰਦ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਤੁਰ ਰਹੀਆਂ ਹਾਂ। ਤੇ ਅੱਜ ਸਿਰਫ ਜਿਹੜੀਆਂ ਸਮਾਜ ਦੀਆਂ ਸਮੱਸਿਆਵਾਂ ਸਿਰਫ ਮਰਦ ਦੀਆਂ ਨਹੀਂ ਹੈ, ਉਹ ਸਾਂਝੀਆਂ ਸਮੱਸਿਆਵਾਂ ਹੈ। ਉਹਦੇ ਵਿੱਚ ਅਸੀਂ ਵੀ ਆਪਣਾ ਹਿੱਸਾ ਪਾਉਣਾ ਹੈ, ਅਸੀਂ ਵੀ ਉਹਨਾਂ ਨੂੰ ਹੱਲ ਕਰਨਾ ਹੈ। ਬੇਸ਼ੱਕ ਅਸੀਂ ਹੱਲ ਨਾ ਕਰ ਸਕੀਏ, ਪਰ ਇੱਕ ਜਿਵੇਂ ਹੁੰਦੀ ਕਿ ਮਸ਼ਾਲ ਤਾਂ ਅਸੀਂ ਜਗਾ ਸਕਦੇ ਹਾਂ ਸ਼ਬਦਾਂ ਦੀ। ਬਿਲਕੁਲ ਬਿਲਕੁਲ ਜੀ, ਔਰ ਸ਼ਬਦਾਂ ਦੀ ਇਹ ਮਸ਼ਾਲ ਜਗੀ ਹੋਈ ਹੈ। ਬਹੁਤੀਆਂ ਭਾਰੀਆਂ ਗੱਲਾਂ ਵੀ ਆਪਾਂ ਕਰ ਲਈਆਂ। ਹੁਣ ਕੋਈ ਮਾਹੌਲ ਨੂੰ ਥੋੜਾ ਜਿਹਾ ਆਪਾਂ ਕਾਬੂਮਈ ਕਰੀਏ। ਕੋਈ ਕਵਿਤਾ ਤੁਹਾਡੀ ਸੁਣਨੀ ਚਾਹਾਂਗੇ ਅਸੀਂ। ਹਾਂਜੀ, ਕੀ ਸੁਣਾਓਗੇ ਹੁਣ ਇਸ ਵੇਲੇ ਸਾਨੂੰ? ਕਿਹੜੀ ਕਵਿਤਾ ਲੈ ਕੇ ਆਏ ਹੋ? ਮੇਰੇ ਕੋਲ ਇੱਕ ਕਵਿਤਾ ਹੈ ਜੀ, ਜਿਉਣਾ। ਜਿਉਣਾ, ਬੰਦੇ ਦਾ ਜਿਉਣਾ ਕੀ ਹੁੰਦਾ ਹੈ? ਵਾਹ। ਉਹ ਇੱਕ ਕਿਸੇ ਜ਼ਗੀਰਦਾਰ ਦੇ ਖੂਹ ਤੋਂ ਪਾਣੀ ਪੀ ਕੇ ਤੁਹਾਡੀ ਤ੍ਰੇ ਤਾਂ ਬੁੱਝ ਜਾਵੇਗੀ, ਪਰ ਤ੍ਰਿਪਤੀ ਨਹੀਂ ਹੋਏਗੀ। ਵਾਹ। ਚਲਾਵੀਂ ਸੁੱਟੀ ਰੋਟੀ ਖਾ ਕੇ, ਚਲਾਵੀਂ ਸੁੱਟੀ ਰੋਟੀ ਖਾ ਕੇ ਤੁਹਾਡਾ ਪੇਟ ਤਾਂ ਭਰ ਜਾਏਗਾ, ਪਰ ਭੁੱਖ ਨਹੀਂ ਮਿਟੇਗੀ। ਬਹੁਤ ਅੱਛਾ, ਬਹੁਤ ਅੱਛਾ। ਪਰਾਈ ਜੁੱਤੀ ਪਾ ਕੇ, ਪਰਾਈ ਜੁੱਤੀ ਪਾ ਕੇ ਤੁਸੀਂ ਤੋਰ ਤਾਂ ਲਓਗੇ, ਪਰ ਤੋਰ 'ਚ ਮੜਕ ਨਹੀਂ ਆਏਗੀ। ਹਾਂ, ਕੀ ਬਾਤ ਹੈ। ਤੇ ਕਿਸੇ ਸ਼ਹਿਨशाह ਦਾ ਮੁਕਟ ਪਹਿਨ ਕੇ, ਕਿਸੇ ਸ਼ਹਿਨशाह ਦਾ ਮੁਕਟ ਪਹਿਨ ਕੇ ਤੁਸੀਂ ਲੰਮੇ ਤਾਂ ਹੋ ਜਾਓਗੇ, ਪਰ ਉੱਚੇ ਨਹੀਂ ਹੋ ਪਾਓਗੇ। ਉੱਚੇ ਨਹੀਂ ਹੋ। ਬਹੁਤ ਅੱਛਾ। ਮਾਰੂ ਤੂਫਾਨਾਂ ਦੇ ਮੌਸਮਾਂ 'ਚ ਕਿਸੇ ਮਹਿਲ ਦੀ ਓਟ ਲੈ ਕੇ ਤੁਸੀਂ ਬਚ ਤਾਂ ਜਾਓਗੇ, ਤੁਸੀਂ ਬਚ ਤਾਂ ਜਾਓਗੇ, ਪਰ ਜਿਉਂਦੇ ਨਹੀਂ ਰਹੋਗੇ। ਬਹੁਤ ਅੱਛਾ। ਜਿਉਂਦੇ ਰਹਿਣ ਲਈ ਤ੍ਰਿਪਤ ਹੋਣਾ ਪੈਂਦਾ, ਭੁੱਖ ਮਿਟਾਉਣੀ ਪੈਂਦੀ, ਮੜਕ ਨਾਲ ਤੁਰਨਾ ਪੈਂਦਾ ਤੇ ਉੱਚੇ ਹੋਣਾ ਪੈਂਦਾ। ਕੀ ਬਾਤ ਹੈ ਜੀ, ਬਹੁਤ ਅੱਛਾ, ਬਹੁਤ ਖੂਬਸੂਰਤ। ਸ਼ੁਕਰੀਆ। ਕੱਲਾ ਕੱਲਾ ਲਫ਼ਜ਼ ਜਿਹੜਾ ਉਹ ਦਿਲ ਨੂੰ ਟੰਬਦਾ ਹੈ ਔਰ ਹਕੀਕਤ ਬਿਆਨ ਕਰਦਾ ਹੈ। ਔਰ ਜੇਕਰ ਤੁਸੀਂ ਵੀ ਗੱਲ ਕੀਤੀ ਕਿ ਔਰਤ ਦੀਆਂ ਜਿਹੜੀਆਂ ਸਮੱਸਿਆਵਾਂ ਆ ਹੁਣ ਇਕੱਲੀ ਦੀਆਂ ਨਹੀਂ ਰਹਿ ਗਈਆਂ, ਹੁਣ ਸਾਂਝੀਆਂ ਪਰਿਵਾਰ ਦੀਆਂ ਸਮੱਸਿਆਵਾਂ ਹੋ ਗਈਆਂ। ਮਰਦ ਦੇ ਨਾਲ ਮੋਢਾ ਜੋੜ ਕੇ ਉਹ ਅੱਗੇ ਵਧਦੀ ਹੈ। ਪਰ ਇੱਕ ਔਰਤ ਜਿਹੜੀ ਹੈ ਉਹ ਇੱਕੋ ਵੇਲੇ ਬਹੁਤ ਸਾਰੇ ਰੋਲ ਅਦਾ ਕਰਦੀ ਹੈ। ਬਿਲਕੁਲ ਜੀ, ਉਹਦੀ ਜ਼ਿੰਮੇਵਾਰੀ ਬਹੁਤ ਵੱਡੀ ਹੈ, ਬਹੁਤ। ਤੇ ਉਹ ਇੰਨੇ ਰੋਲ ਅਦਾ ਕਰਦੀ ਸੂਖਮ ਕਲਾ ਕਵਿਤਾ ਦੇ ਨਾਲ ਵੀ ਸਾਂਝਾ ਪਾਉਂਦੀ ਹੈ। ਇਹ ਸਾਰੀਆਂ ਜ਼ਿੰਮੇਵਾਰੀਆਂ ਦੇ ਨਾਲ ਇਨਸਾਫ ਕਿਵੇਂ ਕਰਦੇ ਹੋ? ਉਹ ਇਸ ਤਰ੍ਹਾਂ ਕਿ ਪਹਿਲੀ ਗੱਲ ਤਾਂ ਮੈਂ ਆਖੂੰਗੀ ਕਿ ਜਿਹੜੀ ਇੱਕ ਔਰਤ ਹੁੰਦੀ ਹੈ ਨਾ ਜੀ, ਉਹ ਆਪਣੇ ਆਪ ਵਿੱਚ ਕਵਿਤਾ ਹੁੰਦੀ ਹੈ ਜੀ। ਉਹ ਕਵਿਤਾ ਉਹਦੇ ਅੰਦਰ ਹੁੰਦੀ ਹੈ। ਬਹੁਤ ਔਰਤਾਂ ਨੇ ਉਹਨਾਂ ਦੇ ਅੰਦਰ ਕਵਿਤਾ ਹੈ, ਪਰ ਬੇਸ਼ੱਕ ਉਹ ਨਹੀਂ ਲਿਖਦੀਆਂ। ਉਹਨਾਂ ਦਾ ਕਵਿਤਾ ਦੇ ਨਾਲ ਇੱਕ ਆਪਣਾ ਉਹਦੇ ਸੰਵੇਦਨਾ ਵੱਧ ਹੁੰਦੀ ਹੈ। ਔਰਤ ਦੇ ਵਿੱਚ ਸੰਵੇਦਨਾ ਵੱਧ ਹੁੰਦੀ, ਕੁਛ ਹੰਝੂ ਵਹਾ ਲੈਂਦੀਆਂ ਨੇ। ਉਹਨਾਂ ਦੀਆਂ ਕਈਆਂ ਦੀਆਂ ਕਵਿਤਾਵਾਂ ਹੰਝੂਆਂ ਦੇ ਜ਼ਰੀਏ ਜਿਹੜੀਆਂ ਉਹਨਾਂ ਦੀ ਅੱਖਾਂ ਵਿੱਚੋਂ ਨਿਕਲ ਜਾਂਦੀਆਂ ਨੇ ਤੇ ਕਈਆਂ ਦੀਆਂ ਸ਼ਬਦ ਬਣ ਜਾਂਦੀਆਂ ਨੇ। ਮੈਂ ਇਹੀ ਆਖਾਂਗੀ। ਤੇ ਜੋ ਤੁਸੀਂ ਸਵਾਲ ਕੀਤਾ ਕਿ ਔਰਤ ਅਸਲ ਦੇ ਵਿੱਚ
ਜੋ ਪਰਿਵਾਰਕ ਜ਼ਿੰਮੇਵਾਰੀਆਂ ਨੇ ਉਹ ਵੀ ਅਸੀਂ ਨੇ ਨਿਭਾਉਣੀਆਂ ਨੇ, ਉਹ ਵੀ ਸਾਡਾ ਕੰਮ ਹੈ ਜੀ। ਤੇ ਅਸੀਂ ਜਿੱਥੋਂ ਤੱਕ ਮੇਰਾ ਸੰਬੰਧ ਹੈ, ਮੈਂ ਕਿੱਤਾਕਾਰੀ ਵੀ ਹਾਂ, ਇੱਕ ਅਧਿਆਪਕ ਵੀ ਹਾਂ ਜੀ, ਉਹ ਵੀ ਮੈਂ ਕੰਮ ਕਰ ਰਹੀ ਹਾਂ। ਉਸ ਦੇ ਨਾਲ ਕਵਿਤਾ ਜੋ ਉਹ ਮੇਰੇ ਅੰਦਰ ਤੁਰਦੀ ਰਹਿੰਦੀ ਹੈ। ਕਵਿਤਾ ਮੈਂ ਸੁਚੇਤ ਤੌਰ ਉੱਤੇ ਨਹੀਂ ਕਦੇ ਵੀ ਲਿਖੀ, ਉਹ ਆਪਣੇ ਆਪ ਮੇਰੇ ਕੋਲ ਆਉਂਦੀ ਹੈ। ਜਦੋਂ ਵੀ ਕਵਿਤਾ ਆਉਂਦੀ ਹੈ, ਮੈਂ ਕੋਈ ਵੀ ਕੰਮ ਕਰਦੀ ਹੋਵਾਂ, ਮੈਂ ਕਦੇ ਕਵਿਤਾ ਨੂੰ ਪਿੱਛੇ ਨਹੀਂ ਮੁੜਨ ਦਿੱਤਾ, ਮੈਂ ਉਦੋਂ ਹੀ ਲਿਖ ਲੈਂਦੀ ਹਾਂ ਕਵਿਤਾ। ਕੋਈ ਵੀ ਘਰ ਦਾ ਕੰਮ ਹੋਵੇ ਜਾਂ ਸਕੂਲ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਅਧਿਆਪਨ ਦੇ ਤੌਰ ਤੇ ਤੁਸੀਂ ਆਪਣਾ ਇੱਕ ਕਿੱਤਾ ਜਿਹੜਾ ਆ ਉਹ ਵੀ ਨਿਭਾ ਰਹੇ ਹੋ, ਔਰ ਇੱਕ ਅਧਿਆਪਕਾ ਉਹਦੀ ਅੱਖ ਜਿਹੜੀ ਹੁੰਦੀ ਹੈ ਉਹ ਵੀ ਕਵੀ ਦੀ ਅੱਖ ਹੁੰਦੀ ਹੈ, ਬਹੁਤ ਕੁਝ ਦੇਖਦੀ ਹੈ, ਵੱਖਰੇ ਤਰੀਕੇ ਦੇ ਨਾਲ ਨਜ਼ਰੀਆ ਵੱਖਰਾ ਹੁੰਦਾ ਹੈ। ਉਹ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈਗੇ ਆ ਤੁਹਾਡੇ ਕੋਲ ਪੜ੍ਹਦੇ ਆ, ਉਹਨਾਂ ਦੇ ਵਿੱਚੋਂ ਕੋਈ ਲੱਭਦੇ ਹੋ, ਕੋਈ ਸਰਬਜੀਤ ਕੌਰ ਜੱਸ ਮਿਲ ਜੇ, ਕੋਈ ਹੋਰ ਸ਼ਾਇਰ ਮਿਲ ਜਵੇ, ਕੋਈ ਹੈ ਇਦਾਂ ਦੀਆਂ ਸੰਭਾਵਨਾਵਾਂ? ਹਾਂਜੀ ਬਿਲਕੁਲ ਜੀ, ਮੈਂ ਲੱਭਦੀ ਰਹਿੰਦੀ ਹਾਂ, ਉਹਨਾਂ ਬੱਚਿਆਂ ਵਿੱਚੋਂ ਵੀ ਲੱਭਦੀ ਰਹਿੰਦੀ। ਤਾਂ ਤੁਸੀਂ ਛੱਡੋ, ਜਿਹੜੇ ਸਾਡੇ ਆਲੇ ਦੁਆਲੇ ਜੋ ਅਧਿਆਪਕ ਨੇ, ਜਿਹੜੇ ਆਪਣੇ ਪੜ੍ਹਾ ਰਹੇ ਨੇ, ਉਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਕੋਈ ਆਪਣਾ ਕਿੱਤੇ ਦੇ ਨਾਲ ਜੁੜ ਗਿਆ, ਉਹਨੇ ਸਿਰਫ ਕਿੱਤੇ ਦੇ ਉੱਤੇ ਕੰਮ ਕਰਨਾ, ਪਰ ਉਹ ਮੈਂ ਦੇਖਦੀ ਹੁੰਦੀ ਕਿ ਇਸ ਬੰਦੇ ਦੇ ਵਿੱਚ ਕਲਾ ਹੈਗੀ ਹੈ। ਉਹ ਮੈਂ ਅਧਿਆਪਕਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਕਵੀ ਅਕਸਰ ਲੱਭਦੀ ਰਹਿੰਦੀ ਹੈ ਕਿ ਕੋਈ ਮੈਨੂੰ ਇਸ ਤਰ੍ਹਾਂ ਦਾ ਕਵੀ ਮਿਲੇ। ਮੈਨੂੰ ਇੱਕ ਦੋ ਮਿਲੇ ਵੀ ਹੈ ਤੇ ਮੈਂ ਚਾਹਾਂਗੀ ਕਿ ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਇਹ ਕਵੀ ਵਾਲਾ ਪੱਖ ਹੈ ਵੀ ਬਾਹਰ ਲੈ ਕੇ ਆਵਾਂ। ਤੇ ਇਸੇ ਤਰ੍ਹਾਂ ਬੱਚਿਆਂ ਦੇ ਵਿੱਚ ਵੀ ਹੁੰਦਾ। ਬੱਚਿਆਂ ਨੂੰ ਅਸਲ ਦੇ ਵਿੱਚ ਅਸੀਂ ਸ਼ੁਰੂ ਤੋਂ ਕਿਤਾਬਾਂ ਦੇ ਲੜ ਲਾਵਾਂਗੇ। ਮੇਰੇ ਜਿਹੜੇ ਵੀ ਬੱਚੇ ਨੇ, ਮੈਨੂੰ ਖੁਸ਼ੀ ਹੁੰਦੀ ਕਿ ਉਹ ਕਿਤਾਬਾਂ ਬਹੁਤ ਪੜ੍ਹਦੇ ਨੇ। ਉਹ ਜਦੋਂ ਕਿਤਾਬਾਂ ਪੜ੍ਹਨਗੇ, ਕਿਤਾਬਾਂ ਦੇ ਨਾਲ ਜੁੜਨਗੇ ਤੇ ਆਉਣ ਵਾਲੇ ਵਕਤ ਦੇ ਵਿੱਚ ਹੋ ਸਕਦਾ ਉਹ ਵੀ ਸ਼ਬਦਾਂ ਦੀ ਉਂਗਲ ਅੱਖਰਾਂ ਨਾਲ ਜੁੜ ਕੇ ਅੱਖਰ ਘੜੇ ਜਾ ਸਕਦੇ ਨੇ। ਔਰ ਤੁਹਾਡੇ ਹੱਥ ਦੇ ਵਿੱਚ ਜਿਹੜੇ ਨਾ ਮੈਂ ਪੇਪਰ ਦੇਖ ਰਿਹਾ, ਜਿਵੇਂ ਕਿਸੇ ਜਵਾਕ ਨੇ ਆਪਣੇ ਬਜ਼ੁਰਗ ਦੇ ਕੋਲ ਟੌਫੀਆਂ ਦੇਖ ਲਈਆਂ ਹੋਣ, ਵੀ ਜਦ ਤੱਕ ਆਖਰੀ ਟੌਫੀ ਖਤਮ ਨਾ ਹੋ ਜਾਵੇ ਉਹ ਮੰਗਦਾ ਰਹਿੰਦਾ। ਇੱਦਾਂ ਮੈਂ ਕਵਿਤਾਵਾਂ ਵੀ ਮੰਗਦੇ ਰਹਿਣਾ। ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਜ਼ਰੂਰ। ਹੁਣ ਕੀ ਸੁਣਾਓਗੇ? ਹੁਣ ਮੈਂ ਆਪਣੀ ਇੱਕ ਕਵਿਤਾ ਹੈ, ਉਹ ਮੈਂ ਪੇਸ਼ ਕਰਨੀ ਚਾਹਾਂਗੀ ਜੀ। ਕਵਿਤਾ ਹੈ ਜ਼ਿੰਦਗੀ ਦੀਆਂ ਨਾਇਕਾਵਾਂ। ਜ਼ਿੰਦਗੀ ਦੀਆਂ ਨਾਇਕਾਵਾਂ। ਜ਼ਿੰਦਗੀ ਦੀਆਂ ਨਾਇਕਾਵਾਂ। ਕੁੜੀਆਂ ਝਨਾਂ 'ਚ ਡੁੱਬ ਕੇ ਸਿਰਫ ਸੋਹਣੀਆਂ ਬਣ ਕੇ ਨਹੀਂ ਨਿਕਲਦੀਆਂ। ਵਾਹ। ਕੁੜੀਆਂ ਝਨਾਂ 'ਚ ਡੁੱਬ ਕੇ ਸਿਰਫ ਸੋਹਣੀਆਂ ਬਣ ਕੇ ਨਹੀਂ ਨਿਕਲਦੀਆਂ, ਦਰਦਾਂ ਦੇ ਦਰਿਆ 'ਚ ਡੁੱਬਕੀ ਮਾਰ ਕੇ ਕਾਗੋਂ ਹੰਸ ਵੀ ਹੋ ਜਾਂਦੀਆਂ ਨੇ ਕਈ ਵਾਰੀ। ਔਰਤਾਂ ਤਪਦੇ ਥਲਾਂ 'ਚ ਸੜ ਕੇ ਸਿਰਫ ਸੱਸੀਆਂ ਨਹੀਂ ਬਣਦੀਆਂ, ਪੀੜਾਂ ਦੇ ਤੰਦੂਰ 'ਚ ਰੜ ਕੇ ਕੁੰਦਨ ਵੀ ਬਣ ਜਾਂਦੀਆਂ ਨੇ ਸਹਿਜੇ ਸਹਿਜੇ। ਬਹੁਤ ਅੱਛਾ, ਬਹੁਤ ਅੱਛਾ। ਸਿਰਫ ਰਾਂਝੇ ਨੂੰ ਚੂਰੀ ਖਵਾਉਣ ਲਈ ਹੀ ਨਹੀਂ, ਸਿਰਫ ਰਾਂਝੇ ਨੂੰ ਚੂਰੀ ਖਵਾਉਣ ਲਈ ਹੀ ਨਹੀਂ, ਚੌਧਰ ਦੇ ਖਿਲਾਫ ਲੜਨ ਲਈ ਤੇ ਕਿਰਤ ਦੇ ਪੱਖ ਵਿੱਚ ਖੜਨ ਲਈ ਵੀ ਜਨਮੀ ਸੀ ਹੀਰ। ਰਸੋਈ ਦੀ ਧੁਰੀ ਦੁਆਲੇ ਪਰਿਕਰਮਾ ਕਰਦੀ ਦੇ, ਰਸੋਈ ਦੀ ਧੁਰੀ ਦੁਆਲੇ ਪਰਿਕਰਮਾ ਕਰਦੀ ਦੇ, ਭੁਲਾ ਕੇ ਖੁਦ ਦੇ ਹੋਠਾਂ ਤੇ ਜੰਮੀ ਤਰੇ, ਜਦੋਂ ਪਿਆਉਂਦੀ ਹੈ ਪਿਆਸੇ ਪਤੀ ਤੇ ਤਿਰਹਾਏ ਬੱਚਿਆਂ ਨੂੰ ਸ਼ਰਬਤ ਵਰਗਾ ਪਾਣੀ, ਤਾਂ ਫਿਰ ਉਹ ਮਲਕੀ ਨਹੀਂ ਰਹਿੰਦੀ, ਭਾਈ ਕਨਈਆ ਦੀ ਵਾਰਸ ਹੋ ਜਾਂਦੀ ਹੈ। ਬਹੁਤ ਅੱਛਾ, ਬਹੁਤ ਅੱਛਾ। ਮਿਰਜੇ ਨਾਲ ਉਦਲ ਕੇ, ਮਿਰਜੇ ਨਾਲ ਉਦਲ ਕੇ, ਜੰਡ ਤੇ ਤੀਰ ਟੰਗ ਕੇ, ਮੱਥੇ ਤੇ ਦਗੇਬਾਜ਼ੀ ਦਾ ਕਲੰਕ ਲਵਾ ਕੇ ਸਿਰਫ ਸਹਿਬਾ ਨਹੀਂ ਬਣਦੀਆਂ ਧੀਆਂ, ਨਸ਼ੀਲੀ ਘੋੜੀ ਤੇ ਚੜੇ ਵੀਰ ਸ਼ਮੀਰ ਦੇ ਬੰਜਰ ਖੇਤਾਂ 'ਚ ਹਲ ਵਾਹ ਕੇ, ਠਰੇ ਰਿਸ਼ਤਿਆਂ ਦੇ ਮੱਥੇ ਤੇ ਸੁਲਗਦਾ ਹੱਥ ਧਰ ਕੇ, ਤੀਰਾਂ ਵਰਗੇ ਨੁਕੀਲੇ ਸੁਪਨਿਆਂ ਨੂੰ, ਤੀਰਾਂ ਵਰਗੇ ਨੁਕੀਲੇ ਸੁਪਨਿਆਂ ਨੂੰ ਖੁਦ ਦੀ ਹੀ ਛਾਤੀ 'ਚ ਦਫਨ ਕਰਕੇ ਜੀਵਨ ਦੇ ਰਣ ਖੇਤਰ 'ਚ ਭੀਸ਼ਮ ਪਿਤਾਮਾ ਵੀ ਬਣ ਜਾਂਦੀਆਂ ਨੇ ਧੀਆਂ। ਰੁਮਾਨੀ ਕਿੱਸਿਆਂ ਦੇ ਪੰਨੇ ਨਹੀਂ, ਰੁਮਾਨੀ ਕਿੱਸਿਆਂ ਦੇ ਪੰਨੇ ਨਹੀਂ, ਇਤਿਹਾਸ ਦੀਆਂ ਪਰਤਾਂ ਫਰੋਲ ਕੇ ਵੇਖੋ, ਬਹੁਤ ਹਰਾਏ ਨੇ ਉਹਨਾਂ, ਬਹੁਤ ਹਰਾਏ ਨੇ ਉਹਨਾਂ, ਮੁਸੀਬਤਾਂ ਦੇ ਕੌਡੇ ਰਾਖਸ਼ ਤੇ ਦੁੱਖਾਂ ਦੇ ਮਹਿਖਾਸੁਰ ਦੈਂਤ। ਯਾਦ ਰੱਖਣਾ, ਯਾਦ ਰੱਖਣਾ, ਯੁੱਧ ਦੇ ਮੈਦਾਨ ਸਿਰਫ ਮਰਦਾਵੇਂ ਪੈਰਾਂ ਲਈ ਰਾਖਵੇਂ ਨਹੀਂ ਹੁੰਦੇ। ਬਹੁਤ ਅੱਛਾ। ਯੁੱਧ ਦੇ ਮੈਦਾਨ ਸਿਰਫ ਮਰਦਾਵੇਂ ਪੈਰਾਂ ਲਈ ਰਾਖਵੇਂ ਨਹੀਂ ਹੁੰਦੇ। ਬਹੁਤ ਅੱਛਾ ਜੀ, ਬਹੁਤ ਖੂਬ, ਬਹੁਤ ਖੂਬ। ਔਰ ਇੰਨੇ ਅੱਛੇ ਔਰ ਤਲਖ ਲਫ਼ਜ਼ ਜਿਹੜੇ ਕਿ ਅੱਜ ਦੀ ਹਕੀਕਤ ਬਿਆਨ ਕਰਦੇ ਨੇ। ਸਾਡੇ ਆਮ ਤੌਰ ਤੇ ਲੋਕ ਜਿਹੜੇ ਆ ਉਹ ਕੁਝ ਹੋਰ ਸੋਚਦੇ ਨੇ, ਕਵੀ ਕੁਝ ਹੋਰ ਸੋਚਦਾ ਹੈ। ਉਹਦੀ ਸੋਚ ਦੀ ਪ੍ਰਵਾਜ਼ ਜਿਹੜੀ ਆ ਉਹ ਬਹੁਤ ਵੱਡੀ ਹੁੰਦੀ ਹੈ, ਬਹੁਤ ਉੱਚੀ ਹੁੰਦੀ ਹੈ। ਔਰ ਤੁਸੀਂ ਇੱਕ ਜਿਹੜੀ ਕਵਿਤਾ ਜਿਹੜੀ ਆ ਇਹ ਲਿਖੀ ਸੀਗੀ ਪੰਜਾਬੋ ਮਾਂ ਦਾ ਵੈਣ। ਹਾਂਜੀ। ਉਹ ਕਿਤਾਬ ਦੇ ਵਿੱਚ ਭਾਵੇਂ ਕਿਸੇ ਦੇ ਵਿੱਚ ਨਹੀਂ ਛਪੀ, ਪਰ ਲੋਕ ਮਨਾਂ ਤੇ ਬੜੀ ਗੂੜੀ ਛਪ ਗਈ। ਹਾਂਜੀ। ਬਹੁਤ ਭਾਸ਼ਾਵਾਂ ਦੇ ਵਿੱਚ ਉਹ ਅਨੁਵਾਦ ਹੋ ਕੇ ਵੀ ਛਪੀ, ਥਾਂ ਥਾਂ ਤੇ ਲੋਕਾਂ ਨੇ WhatsApp ਤੇ ਬੜੇ ਅੱਗੇ
ਅੱਗੇ ਅੱਗੇ ਭੇਜੀਆਂ, ਮੇਰੇ ਕੋਲ ਵੀ ਆਈ ਸੀ, ਉਹਦੇ ਬਾਰੇ ਆਪਾਂ ਜ਼ਿਕਰ ਕਰ ਲਈਏ। ਪੰਜਾਬੋ ਮਾਂ ਦਾ ਵੈਣ ਜਿਹੜੀ ਕਵਿਤਾ ਜਿਹੜੀ ਤੁਹਾਡਾ ਇੱਕ ਕਿਸਮ ਦਾ ਹਾਸਲ ਬਣ ਗਈ ਆ। ਹਾਂਜੀ ਬਿਲਕੁਲ ਜੀ। ਜੀ ਉਹ ਕਵਿਤਾ ਕਿੱਥੋਂ ਕਿਵੇਂ ਜ਼ਿਹਨ ਦੇ ਵਿੱਚ ਆਈ ਤੁਹਾਡੇ? ਉਹ ਇਸ ਤਰ੍ਹਾਂ ਹੋਇਆ ਕਿ ਇੱਕ ਵਾਰੀ ਮੈਨੂੰ ਬੈਠਿਆਂ ਗੁਰਭਜਨ ਗਿੱਲ ਜੀ ਹੋਰਾਂ ਦਾ ਸੁਨੇਹਾ ਆਇਆ ਫੋਨ ਤੇ ਕਿ ਕੋਈ ਕਿਤਾਬ ਉਹਨਾਂ ਨੇ ਐਡਿਟ ਕਰਨੀ ਹੈ ਤੇ ਉਸ ਦੇ ਲਈ ਨਸ਼ਿਆਂ ਦੇ ਉੱਤੇ ਕੋਈ ਕਵਿਤਾ ਚਾਹੀਦੀ ਹੈ। ਉਸ ਵਕਤ ਮੇਰੇ ਕੋਲ ਕੋਈ ਕਵਿਤਾ ਨਹੀਂ ਸੀ ਹੈਗੀ। ਮੈਂ ਸੋਚਿਆ ਕਿ ਮੇਰੇ ਕੋਲ ਤਾਂ ਕੋਈ ਕਵਿਤਾ ਨਹੀਂ ਹੈ। 2-4 ਮੈਂ ਕੋਸ਼ਿਸ਼ ਕੀਤੀ, ਜਦੋਂ ਕਿ ਮੈਂ ਕਦੇ ਕੋਸ਼ਿਸ਼ ਕਰਕੇ ਲਿਖਿਆ ਨਹੀਂ, ਮੈਨੂੰ ਇੱਕ ਵਾਰੀ ਕੋਸ਼ਿਸ਼ ਕੀਤੀ, ਮੈਂ ਕਿ ਨਹੀਂ ਛੱਡ, ਲਿਖੀ ਨਹੀਂ ਜਾਣੀ। ਫਿਰ ਇੱਕ ਦਿਨ ਬੈਠਿਆਂ ਕੀ ਹੋਇਆ ਕਿ ਮੈਨੂੰ ਅਚਾਨਕ ਲੱਗਿਆ, ਕਈ ਵਾਰੀ ਦੇਖੋ ਜੀ ਕੋਈ ਕਵਿਤਾ ਕਵੀ ਨੂੰ ਜਦੋਂ ਵੀ ਅੱਜ ਤੱਕ ਸੋਚਦੀ ਉਹ ਸ਼ੁਰੂ ਤੋਂ ਲੈ ਕੇ ਅੰਤ ਤੱਕ ਲਿਖਦਾ ਹੈ। ਉਸ ਕਵਿਤਾ ਦੀ ਆਖਰੀ ਲਾਈਨਾਂ ਮੈਨੂੰ ਬੈਠੀ ਨੂੰ ਸੁੱਝੀਆਂ। ਅੱਛਾ। ਜਦੋਂ ਆਖਰੀ ਲਾਈਨਾਂ 4 ਲਾਈਨਾਂ ਮੈਂ ਲਿਖ ਲਈਆਂ ਤੇ ਮੈਂ ਕਿਹਾ ਇਹ ਤਾਂ ਆਪਣੇ ਆਪ ਨੂੰ ਮੈਨੂੰ ਅੱਛੀਆਂ ਲੱਗੀਆਂ ਤੇ ਫਿਰ ਮੈਂ ਬੈਠੀ ਨੇ 4-5 ਮਿੰਟਾਂ ਦੇ ਵਿੱਚ ਉਹ ਕਵਿਤਾ ਮੇਰੇ ਕੋਲੋਂ ਪਤਾ ਨਹੀਂ ਕਿਸ ਤਰ੍ਹਾਂ ਲਿਖੀ ਗਈ ਤੇ ਜਦੋਂ ਸਿਰਜਣਾ ਮੈਗਜ਼ੀਨ ਵਿੱਚ ਛਪੀ, ਲੋਕਾਂ ਨੇ ਉੱਥੋਂ ਲੈ ਕੇ ਅੱਗੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤੀ, ਪਾਠਕਾਂ ਦਾ ਬੜਾ ਹੀ ਵੱਡਾ ਹੁੰਗਾਰਾ ਮਿਲਿਆ ਜੀ। ਤੇ ਉਹਦੇ 4 ਬੰਦ ਆਪਾਂ ਸਾਂਝੇ ਕਰ ਲਈਏ ਸਾਡੇ ਦਰਸ਼ਕਾਂ ਦੇ ਨਾਲ, ਕਿਉਂਕਿ ਜੇਕਰ ਜ਼ਿਕਰ ਹੋਇਆ ਪੰਜਾਬੋ ਮਾਂ ਦੇ ਵੈਣ ਉਸ ਨਜ਼ਮ ਦਾ ਤੇ ਆਪਾਂ ਇਹ ਵੀ ਸਾਂਝੀ ਕਰ ਲਈਏ। ਜ਼ਰੂਰ ਜੀ ਜ਼ਰੂਰ। 2 ਬੰਦ ਇਹਦੇ ਹੋ ਜਾਣ। ਹਾਂਜੀ। ਨਜ਼ਮ ਹੈ ਪੰਜਾਬੋ ਮਾਂ ਦਾ ਵੈਣ। ਕਮਲਿਆ ਪੁੱਤਾ ਸਾਡੀ ਕੁੱਲੀ 'ਚ ਤਾਂ ਯੁਗਾਂ ਜੁਗਾਂਤਰਾਂ ਦਾ ਪੁੱਠੇ ਤਵੇ ਵਰਗਾ ਕਾਲਾ ਹਨੇਰਾ ਤੇ ਤੈਨੂੰ ਚਿੱਟਾ ਕਿਹੜੀ ਗੁੱਠੋਂ ਲੱਭ ਗਿਆ ਵੇ ਮੇਰੇ ਚੋਰ ਪੁੱਤਾ। ਵਾਹ। ਕਮਲਿਆ ਪੁੱਤਾ ਮੈਂ ਆਟਾ ਛਾਣਿਆ ਸਾਰੀ ਪਰਾਤ ਚਿੱਟੀ ਹੋ ਗਈ, ਛਾਨਣੀ ਫਿਰ ਖਾਲੀ ਦੀ ਖਾਲੀ। ਮੈਂ ਤੇਰੇ ਛਾਨਣੀ ਹੋਏ ਸਰੀਰ ਚੋਂ ਚਿੱਟਾ ਕਿੰਜ ਛਾਣਾ ਵੇ ਮੇਰੇ ਗੋਰਿਆ ਪੁੱਤਾ। ਮੈਂ ਤੇਰੇ ਛਾਨਣੀ ਹੋਏ ਸਰੀਰ ਚੋਂ ਚਿੱਟਾ ਕਿੰਜ ਛਾਣਾ। ਕਮਲਿਆ ਪੁੱਤਾ ਤੂੰ ਟੀਕੇ ਤੋਂ ਡਰਦਿਆਂ ਏਡੀ ਚੀਕ ਮਾਰੀ ਸੀ ਬਾਲ ਉਮਰੇ। ਤੂੰ ਟੀਕੇ ਤੋਂ ਡਰਦਿਆਂ ਏਡੀ ਚੀਕ ਮਾਰੀ ਸੀ ਬਾਲ ਉਮਰੇ, ਹਸਪਤਾਲ ਦੀ ਕੰਧ ਪਾਟ ਗਈ, ਇੰਨੇ ਹੰਝੂ ਕੇਰੇ ਮੈਨੂੰ 2 ਵਾਰ ਚੁੰਨੀ ਨਿਚੋੜਨੀ ਪਈ। ਤੇ ਹੁਣ ਤੂੰ ਹੱਸ ਕੇ ਗੱਡ ਲੈਣਾ ਜੁੱਸੇ ਦੀ ਕੰਧ ਚ ਟੀਕੇ ਦੀ ਮੇਖ, ਤੇਰੀ ਕੁੰਦਨ ਦੇ ਦੀ ਕੰਧ ਪਾਟਦੀ ਹੈ। ਹਾਏ ਹਾਏ, ਬਹੁਤ ਅੱਛਾ ਬਹੁਤ ਅੱਛਾ। ਤੇਰੀ ਕੁੰਦਨ ਦੇ ਦੀ ਕੰਧ ਪਾਟਦੀ ਹੈ, ਖੂਨ ਨਾਲ ਮੇਰੀ ਚੁੰਨੀ ਭਿੱਜਦੀ ਹੈ, ਪਰ ਤੂੰ ਚੀਕ ਕਿਉਂ ਨਹੀਂ ਮਾਰਦਾ ਵੀ ਮੇਰੇ ਬਹਾਦਰ ਪੁੱਤਾ। ਕਮਲਿਆ ਪੁੱਤਾ ਜਦੋਂ ਤੇਰੇ ਲਾਡਲੇ ਮੋਤੀ ਨੂੰ ਕਿਸੇ ਨੇ ਕੁਝ ਦੇ ਦਿੱਤਾ ਸੀ ਤਾਂ ਤੂੰ ਇੰਜ ਰੋਇਆ ਸੀ ਜਿਵੇਂ ਗਵਾਚੇ ਕੋਹੇ ਨੂਰ ਨੂੰ ਵਪਾਰੀ ਰੋਂਦਾ ਹੈ। ਵਾਹ। ਤੇ ਆਪ ਤੂੰ ਮੌਤ ਦੇ ਸਦਾਗਰਾਂ ਹੱਥ ਮੋਤੀ ਤੋਂ ਵੀ ਸਸਤਾ ਵਿਕ ਗਿਆ ਵੇ ਮੇਰੇ ਹੀਰਿਆ ਪੁੱਤਾ। ਕਮਲਿਆ ਪੁੱਤਾ ਸਾਰੇ ਦਾ ਸਾਰਾ ਚਿੱਟਾ ਖਾ ਗਿਓ, ਹੁਣ ਮੈਂ ਤੇਰੇ ਤੇ ਖੱਫਣ ਕਿਹੜੇ ਰੰਗ ਦਾ ਪਾਵਾਂ। ਵਾਹ। ਹੁਣ ਮੈਂ ਤੇਰੇ ਤੇ ਖੱਫਣ ਕਿਹੜੇ ਰੰਗ ਦਾ ਪਾਵਾਂ ਵੇ ਮੇਰੇ ਰੰਗ ਲਿਆ ਪੁੱਤਾ। ਬਹੁਤ ਖੂਬ ਔਰ ਤਲਖ ਹਕੀਕਤ ਜਿਹੜੀ ਅੱਜ ਦੇ ਅਜੋਕੇ ਸਮੇਂ ਦੀ ਤੁਸੀਂ ਪੇਸ਼ ਕੀਤੀ ਹੈ। ਸਮਾਂ ਜਿਹੜਾ ਨਾ ਸਾਡੇ ਕੋਲ ਆ ਉਹ ਮੀਚੀ ਮੁੱਠੀ ਦੇ ਵਿੱਚੋਂ ਵੀ ਸਰਕ ਜਾਂਦਾ ਹੈ, ਸਾਡੇ ਕੋਲ ਵੀ ਸਮਾਂ ਘੱਟ ਹੈ। ਜਾਂਦੇ ਜਾਂਦੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਅਜੋਕੇ ਸਮੇਂ ਦੇ ਸਾਡੇ ਨੌਜਵਾਨ ਸ਼ਾਇਰ ਨੇ ਜਾਂ ਕਵਿੱਤਰੀਆਂ ਨੇ, ਇਹਨਾਂ ਨੇ ਖੇਤਰ ਦੇ ਵਿੱਚ ਆਉਣਾ, ਕੀ ਕਹੋਗੇ ਕਿ ਕੀ ਭਵਿੱਖ ਹੈ ਤੇ ਕੀ ਸੋਚ ਕੇ ਆਉਣ? ਉਹ ਮੈਂ ਇਹ ਕਹਿਣਾ ਚਾਹਾਂਗੀ ਕਿ ਜੋ ਵੀ ਤੁਸੀਂ ਲਿਖਦੇ ਹੋ, ਸਭ ਤੋਂ ਪਹਿਲੀ ਗੱਲ ਕਿ ਉਹ ਸਿਰਫ ਤੇ ਸਿਰਫ ਆਪਣੇ ਵਰਗਾ ਲਿਖੋ। ਹੋਰਾਂ ਕਵੀਆਂ ਨੂੰ ਤੁਸੀਂ ਪੜ੍ਹੋ, ਉਹਨਾਂ ਨੂੰ ਤੁਸੀਂ ਕੋਖੋ, ਪਰ ਜਦੋਂ ਤੁਸੀਂ ਆਪਣੀ ਕਲਮ ਚੱਕਣੀ ਹੈ ਤੁਸੀਂ ਕਿਸੇ ਦੀ ਨਕਲ ਨਹੀਂ ਕਰਨੀ, ਤੁਸੀਂ ਖੁਦ ਆਪਣੇ ਵਰਗਾ ਲਿਖੋ, ਆਪਣੇ ਅਨੁਭਵ ਲਿਖੋ, ਜੋ ਤੁਹਾਡੇ ਅੰਦਰ ਹੈ ਉਸ ਨੂੰ ਬਾਹਰ ਕੱਢੋ ਤੇ ਕਵਿਤਾ ਆਪਣੇ ਆਪ ਜਿਹੜੇ ਪਾਠਕ ਹੈ ਉਹ ਪਸੰਦ ਕਰਨਗੇ, ਕਿਉਂਕਿ ਹਰ ਪਾਠਕ ਚਾਹੁੰਦਾ ਹੈ ਕਿ ਉਸ ਨੂੰ ਕੁਝ ਵੱਖਰਾ ਮਿਲੇ, ਹਰ ਬੰਦਾ ਵੱਖਰਾ ਹੈ। ਤਾਂ ਫਿਰ ਤੁਸੀਂ ਅੱਛੇ ਤਰੀਕੇ ਦੇ ਨਾਲ ਅੱਗੇ ਆਪਣੇ ਖੇਤਰ ਦੇ ਵਿੱਚ ਵੱਧ ਸਕਦੇ ਹੋ। ਬਿਲਕੁਲ ਜੀ। ਔਰ ਬਹੁਤ ਸਾਰੀਆਂ ਖੂਬਸੂਰਤ ਕਵਿਤਾਵਾਂ ਦਾ ਇਸ ਵੇਲੇ ਇਹ ਮਾਹੌਲ ਬਣਿਆ ਹੋਇਆ ਸੀ, ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਸਰਬਜੀਤ ਕੌਰ ਜਾਸੀ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਤੇ ਸਾਡੇ ਦਰਸ਼ਕਾਂ ਦਾ ਵੀ ਸ਼ੁਕਰੀਆ ਜੀ।